ਜੇ ਇਹਨਾਂ ਨੇ ਸਿਟੀਜ਼ਨਸ਼ਿਪ ਇੰਗਲੈਂਡ ਦੀ ਲਈ ਹੋਈ ਤਾਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਜੇ ਮਤਲਬ ਕਿਸੇ ਵੀ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਜੇ ਨਾ ਕੋਈ ਤਾਂ ਵੀ ਐਕਸ਼ਨ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਮੈਂ ਕੱਲ੍ਹ ਇੰਟਰਵਿਊ ਇੱਕ ਬਲਕੌਰ ਸਿੰਘ ਦੀ ਸੁਣੀ ਸੀ ਜੀ ਉਹ ਕਹਿ ਰਹੇ ਸੀ ਵੀ ਮੈਂ ਬਹੁਤ ਕਲੀਅਰ ਹੈ ਵੀ ਹੋ ਸਕਦਾ ਇਹਨਾਂ ਕੋਈ ਸਿਟੀਜ਼ਨਸ਼ਿਪ ਵੀ ਉੱਥੇ ਹੋਵੇ ਜੀ ਜੇ ਉੱਥੇ ਦੀ ਹੋਈ ਤਾਂ ਮਾਮਲਾ ਹੀ ਖਤਮ ਹੋ ਜਾਂਦਾ ਜੇ ਨਾ ਵੀ ਹੋਵੇ ਤਾਂ ਫਿਰ ਦਿਸ ਇਜ਼ ਨਾਟ ਅ ਬਿਗ ਇਸ਼ੂ ਔਰ ਬੱਚੇ ਵਾਸਤੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਉਹਨੂੰ ਤਾਂ ਗਵਰਨਮੈਂਟ ਨਾ ਕੋਈ ਹੋਰ ਕੋਈ ਟੱਚ ਨਹੀਂ ਕਰ ਸਕਦਾ ਐਕਚੁਅਲੀ these factors are to be considered ਮਤਲਬ ਲੱਗਦਾ ਵੀ ਕਾਰਵਾਈ ਨਹੀਂ ਵੀ ਹੋ ਸਕਦੀ ਨਹੀਂ ਹੋ ਸਕਦੀ ਨਹੀਂ ਵੀ ਹੋ ਸਕਦੀ ਕਿਉਂਕਿ ਗਵਰਨਮੈਂਟ ਨੇ ਤਾਂ ਸਿਰਫ ਜਿਹੜਾ ਔਨ ਦਾ ਬੇਸਿਸ ਆਫ ਦਾ ਰਿਪੋਰਟ ਪਬਲਿਸ਼ਨ ਦਾ ਹਿੰਦੁਸਤਾਨ ਟਾਈਮਸ ਉਹ ਨਾਲ ਪੇਪਰ ਵੀ ਭੇਜਿਆ ਨਾ ਉਹਨਾਂ ਨੇ ਉਹਦੇ ਬੇਸ ਤੇ ਆ। ਸਰ ਪਹਿਲਾਂ ਵੀ ਕੋਈ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਕਿ ਹੁਣ ਹੀ ਮਤਲਬ ਜ਼ਿਆਦਾਤਰ ਇਹਨੂੰ ਉਠਾਇਆ ਜਾ ਰਿਹਾ ਹੈ ਜਾਂ ਇਸ ਦੇ ਬਾਰੇ ਜ਼ਿਆਦਾ ਗੱਲਬਾਤ ਕੀਤੀ ਜਾ ਰਹੀ ਹੈ? ਐਕਚੁਅਲੀ ਇੱਦਾਂ ਦੇ ਮਸਲੇ ਜਿਹੜੇ ਆ ਸਮਾਜ ਦੇ ਵਿੱਚ ਬੜੇ ਘੱਟ ਹੁੰਦੇ ਆ ਵੀ ਜਿਹੜੀ 50 ਤੇ 55 ਜਿਹੜੀ ਆ ਏਜ ਆ ਇਹ ਬਹੁਤ ਥੋੜੀ ਰੱਖੀ ਗਈ ਹੈ। ਮੰਨ ਲਓ ਲੇਡੀ ਇੱਕ 45 ਸਾਲ ਦੀ ਹੈ ਬੰਦਾ ਜਿਹੜਾ ਉਹ 56 ਸਾਲ ਦਾ ਜੀ ਤੇ ਉਹਨਾਂ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ। ਇਸ ਮਾਮਲੇ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕੀ ਹੋਵੇਗਾ ਕਿ ਜਿੱਥੇ ਡਿਲੀਵਰੀ ਹੋਈ ਹੈ ਉਸ ਹਸਪੀਟਲ ਦੇ ਉੱਤੇ ਵੀ ਕੋਈ ਐਕਸ਼ਨ ਹੋ ਸਕਦਾ ਹੈ? ਕਿਉਂਕਿ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੇ ਨੇ। ਪੁੱਤਰਾਂ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ ਕਹਿੰਦੇ ਉਹਨਾਂ ਨੇ ਤਾਂ IVF ਕਰਵਾਇਆ ਵੀ ਵਿਦੇਸ਼ ਤੋਂ ਜਾ ਕੇ ਸੀਗਾ ਕਿਤੋਂ ਤੇ ਜੇ ਇੱਥੇ ਉਹ ਚੀਜ਼ ਹੋਈ ਨਹੀਂ ਤਾਂ ਫਿਰ ਵੀ ਉਹਨਾਂ ਤੇ ਐਕਸ਼ਨ ਹੋਣਾ ਬਣਦਾ ਤਾਂ ਨਹੀਂ ਵੈਸੇ। ਪਰ ਇਹਦੇ ਵਿੱਚ ਇਹ ਹੈ ਨਾ ਦਾ ਡਿਲੀਵਰੀ ਆਫ ਦਾ ਚਾਈਲਡ ਐਜ਼ ਹੈਪਨਡ ਇਨ ਇੰਡੀਆ ਹੁਣ ਸਾਰੇ ਕਹਿ ਰਹੇ ਆ ਵੀ ਉਹਨਾਂ ਦੀ ਏਜ 58 ਹੈ ਔਰ 61 ਹੈ ਕਪਲ ਦੀ ਨੋਬਡੀ ਨੋਜ਼ ਦਾ ਐਗਜ਼ੈਕਟ ਡੇਟ but there is no proof that they are of this age. Moreover, the age has to be described by the medical persons. ART ਦੇ ਤਹਿਤ ਜੇਕਰ ਕੋਈ ਉਲੰਘਣਾ ਕਰਦਾ ਹੈ ਜਾਂ ਕੋਈ ਐਸੇ ਕੇਸ ਦੇ ਵਿੱਚ ਕੋਰਟ ਨੋਟਿਸ ਇਸ਼ੂ ਕਰਦਾ ਹੈ ਤਾਂ ਕੀ ਉਹਨੂੰ ਉਦੋਂ ਕੋਈ ਫਾਈਨ ਵੀ ਹੁੰਦਾ ਜਾਂ ਇਸ ਚੀਜ਼ ਦੀ ਕੋਈ ਸਜ਼ਾ ਵੀ ਹੁੰਦੀ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੌਰ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਹੁਣਾਂ ਦੇ ਵੱਲੋਂ 58 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਤੇ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਪੰਜਾਬ ਸਰਕਾਰ ਤੋਂ ART ਐਕਟ ਦੇ ਤਹਿਤ ਇਸ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਹੈ। ART ਐਕਟ ਕੀ ਹੈ, ਕਦੋਂ ਬਣਿਆ, ਇਸ ਦੇ ਤਹਿਤ ਕੀ ਕਾਰਵਾਈ ਹੋ ਸਕਦੀ ਹੈ, ਕੀ ਕੁਝ ਅੱਗੇ ਹੋਵੇਗਾ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਵਕਤ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ KS ਹੁੰਦਲ ਜੀ ਜੋ ਕਿ 30 ਸਾਲ ਤੋਂ ਵੀ ਵੱਧ ਤਜਰਬੇਕਾਰ ਨੇ ਔਰ ਲਗਾਤਾਰ ਲੋਕਾਂ ਦੀ ਸੇਵਾ ਜਿਹੜੀ ਆ ਉਹ ਕਰ ਰਹੇ ਨੇ। ਗੱਲਬਾਤ ਕਰਦੇ ਹਾਂ। ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਬੇਟਾ। ਪਹਿਲਾ ਸਵਾਲ ਇਹੀ ਹੈ ਮੇਰਾ ਕਿ ਇਹ ART ਐਕਟ ਕੀ ਹੈ, ਕਦੋਂ ਲਾਗੂ ਹੋਇਆ ਤੇ ਜੇਕਰ ਇਹਦੀਆਂ ਨੋਰਮਸ ਦੇ ਬਾਰੇ ਅਸੀਂ ਗੱਲ ਕਰੀਏ ਉਹ ਕੀ ਹੈਗੀਆਂ ਨੇ? ਅੱਛਾ ਜੀ, ART ਐਕਟ ਜਿਹੜਾ ਆ ਇਹ ਪਾਰਲੀਮੈਂਟ ਦੇ ਵਿੱਚ 2021 ਦੇ ਵਿੱਚ ਆਇਆ ਸੀਗਾ, ਜਿਹੜਾ 2022 ਦੇ ਵਿੱਚ ਇਹਨਾਂ ਨੇ ਰੂਲਸ ਬਣਾਏ ਸੀ ਪਾਰਲੀਮੈਂਟ ਨੇ ਐਂਡ ਰੂਲਸ ਦੇ ਦੁਆਰਾ ਹੀ ਇਹ ਜਿਹੜਾ ਆ ਐਕਟ ਜਿਹੜਾ ਕੰਮ ਕਰਦਾ ਹੈ ਜੀ। ਦੂਸਰਾ ਇਸ ਐਕਟ ਦੇ 46 ਟੋਟਲ ਸੈਕਸ਼ਨਸ ਆ ਜਿਹੜਾ ਕਿ ਪਬਲਿਕ ਦੇ ਸੇਫਟੀ ਜਾਂ ਹੋਰ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀਗਾ ਜੀ। ਬਿਲਕੁਲ ਜਾਣਨਾ ਚਾਹਾਂਗੀ ਕਿ ਇਹ ART ਦੀ ਜਿਹੜੀ ਵਰਤੋਂ ਹੈਗੀ ਹੈ ਕਿਵੇਂ ਕੀਤੀ ਜਾਂਦੀ ਹੈ? ਕਹਿੰਦੇ ਇਹਦੇ ਵਿੱਚ ਇੱਕ ਏਜ ਲਿਮਿਟ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਗਈ ਹੈ। 21 ਤੋਂ 50 ਸਾਲ ਤੱਕ ਦੀ ਜਿਹੜੀ ਲੇਡੀ ਹੈਗੀ ਉਹ ਬੱਚੇ ਨੂੰ IVF ਦੇ ਰਾਹੀਂ ਜਨਮ ਦੇ ਸਕਦੀ ਹੈ ਤੇ ਇਸ ਤੋਂ ਵੱਧ ਜੇਕਰ ਕਿਸੇ ਦੀ ਉਮਰ ਹੈ ਤਾਂ ਉਸ ਨੂੰ ਅਫੈਂਸ ਵੀ ਮੰਨਿਆ ਜਾਂਦਾ ਹੈ। ਕੀ ਮਤਲਬ ਇਹ ਸਭ ਸੱਚ ਹੈ? ਬਿਲਕੁਲ ਠੀਕ ਹੈ ਕਿਉਂਕਿ ਐਜ਼ ਪਰ ਦਿਸ ਐਕਟ ਇੰਡੀਆ ਦੇ ਵਿੱਚ ਜਿਹੜਾ ਆ ਉਹ ਲੇਡੀ ਦੀ ਉਮਰ ਜਿਹੜੀ ਆ 21 ਸਾਲ ਤੋਂ 50 ਸਾਲ ਦੇ ਵਿੱਚ ਹੋਣੀ ਚਾਹੀਦੀ ਆ ਔਰ ਮਰਦ ਦੀ ਜਿਹੜੀ ਉਮਰ ਆ
ਉਹ 55 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਜੀ ਇਸ ਐਕਟ ਦੇ ਵਿੱਚ ਲੂਪ ਹੋਲ ਜਿਹੜੇ ਆ ਉਹ ਬੜੇ ਮੋਟੇ ਆ, ਕਿਉਂਕਿ ਏਜ ਲਿਮਿਟ ਜਿਹੜੀ ਆ ਉਹਨੂੰ ਕਰਟੇਲ ਕਰਨਾ, ਉਹ ਸਾਡੇ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਫੰਡਾਮੈਂਟਲ ਰਾਈਟਸ ਹੈ ਨਾ ਜਿਹੜੇ ਜੀ ਆਰਟੀਕਲ 14 21 ਇਹਨਾਂ ਨੂੰ ਡਾਇਰੈਕਟ ਹਿੱਟ ਕਰਦੀ ਆ। ਹੁਣ ਕਿਸੇ ਵੀ ਬੰਦੇ ਦਾ ਜਾਂ ਕਪਲ ਦਾ, ਉਹ ਕਪਲ ਨੂੰ ਅਸੀਂ ਕਮਿਸ਼ਨਿੰਗ ਕਪਲ ਕਹਿ ਦਿੰਦੇ ਆ, ਜਿਹੜਾ ਇਸ ਕੰਮ ਵਾਸਤੇ ਜਾਂਦਾ, ਉਹ ਜਿਹੜਾ ਆ ਉਹਦੇ ਫੰਡਾਮੈਂਟਲ ਰਾਈਟਸ ਆ ਟੂ ਹੈਵ ਅ ਬੇਬੀ ਵੈਨ ਦੇ ਹੈਵ ਅਰਲੀਅਰ ਦੇ ਹੈਵ ਲੋਸਟ ਦਾ ਫਸਟ ਸਨ ਔਰ ਡਾਟਰ। ਸੋ ਇਸ ਕਰਕੇ ਜਿਹੜਾ ਆ ਇਹ ਜਿਹੜੇ ਚੈਲੰਜ ਹੋ ਚੁੱਕਾ ਆ ਐਕਟ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਵੀ ਹੈ। ਪਰ ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਦਾ ਜਿਹੜਾ ਪ੍ਰੈਜ਼ੈਂਟ ਐਕਟ ਹੈ ਉਹਦੇ ਥੱਲੇ ਜਿਹੜਾ ਨੋਟਿਸ ਕਿਸੇ ਨੂੰ ਵੀ ਇਸ਼ੂ ਕਰ ਸਕਦੀ ਹੈ, ਜਿਹੜਾ ਕਿ ਬਹੁਤ ਵੱਡੀ, ਦਿਸ ਇਜ਼ ਨਾਟ ਅ ਬਿਗ ਡੀਲ। ਹਾਂ, ਤੇ ਸਰ ਪਹਿਲਾਂ ਵੀ ਕੋਈ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਕਿ ਹੁਣ ਹੀ ਮਤਲਬ ਜ਼ਿਆਦਾਤਰ ਇਹਨੂੰ ਉਠਾਇਆ ਜਾ ਰਿਹਾ ਹੈ ਜਾਂ ਇਸ ਦੇ ਬਾਰੇ ਜ਼ਿਆਦਾ ਗੱਲਬਾਤ ਕੀਤੀ ਜਾ ਰਹੀ ਹੈ? ਐਕਚੁਅਲੀ ਇੱਦਾਂ ਦੇ ਮਸਲੇ ਜਿਹੜੇ ਆ ਸਮਾਜ ਦੇ ਵਿੱਚ ਬੜੇ ਘੱਟ ਹੁੰਦੇ ਆ। ਪਰ ਇੱਦਾਂ ਦਾ ਇੱਕ ਸਿਮਿਲਰ ਕੇਸ ਸੀਗਾ ਜਿੱਥੇ ਕੇਰਲਾ ਦੇ ਵਿੱਚ ਇੱਕ ਕਪਲ ਸੀ ਜਿਨ੍ਹਾਂ ਦਾ ਇੱਕ ਬੱਚਾ ਪਹਿਲਾਂ ਉਹ 6 ਸਾਲ ਦਾ ਸੀਗਾ ਤਾਂ ਉਹਦੀ ਡੈਥ ਹੋ ਗਈ ਸੀ, ਅਤੇ ਦੇ ਵੈਂਟ ਟੂ ਦਾ ਕੋਰਟ ਐਂਡ ਦੇ ਗੋਟ ਦਾ ਪਰਮਿਸ਼ਨ। ਉਹਨਾਂ ਨੂੰ ਪਰਮਿਸ਼ਨ ਮਿਲ ਗਈ ਸੀ ਟੂ ਅਡੋਪਟ ਦਿਸ ਸਿਸਟਮ, ਔਰ ਕੋਰਟ ਨੇ ਉਹਨਾਂ ਨੂੰ ਪਰਮਿਟ ਕੀਤਾ ਸੀਗਾ, ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀਗੀ। ਉਹ ਸਾਡੇ ਕੋਲ ਇੰਸਟੈਂਸ ਹੈਗਾ JMCV ਵਰਸਸ ਸਟੇਟ ਆਫ ਕੇਰਲਾ, ਉਸ ਕੇਸ ਦਾ ਨਾਂ ਆ। ਉਹ ਰੈਫਰੈਂਸ ਦੇ ਕੇ ਕੋਈ ਵੀ ਬੰਦਾ ਜਿਹੜਾ ਵਾ ਉਹ ਕੋਰਟ ਦੇ ਵਿੱਚ ਜਾ ਸਕਦਾ ਅਤੇ ਕੋਈ ਪ੍ਰੋਬਲਮ ਨਹੀਂ ਆਊਗੀ, ਕਿਉਂਕਿ ਇਹਦੇ ਵਿੱਚ ਜਿਹੜੀਆਂ ਵੱਡੀਆਂ ਲੂਪ ਹੋਲਸ, ਇੱਕ ਤਾਂ ਸਾਡੀ ਜਿਹੜੀ ਫੰਡਾਮੈਂਟਲ ਰਾਈਟਸ ਹੈ ਉਹਨੂੰ ਇਹ ਡਾਇਰੈਕਟਲੀ ਹਿੱਟ ਕਰਦਾ ਜੀ। ਸੈਕੰਡਲੀ ਇਹਦੇ ਵਿੱਚ ਇਹ ਪ੍ਰੋਵੀਜ਼ਨ ਨਹੀਂ ਰੱਖੀ ਗਈ ਕਿ ਜਿਹੜੇ ਜਦੋਂ ਇਹ ਐਕਟ ਆਇਆ, ਜਿਹੜੇ ਬੰਦੇ ਲੇਡੀ ਜਾਂ ਬੰਦਾ ਜਿਹੜਾ ਇਹਦਾ ਪ੍ਰੋਸੀਜਰ ਅਡੋਪਟ ਕਰ ਰਿਹਾ ਸੀਗਾ ਉਹਦੇ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਜੀ। ਸੈਕੰਡਲੀ ਇਹਦੇ ਵਿੱਚ ਇੱਕ ਚੀਜ਼ ਸੀਗੀ ਵੀ ਹੁਣ ਜਿੱਦਾਂ ਐਵਰੇਜ ਏਜ ਹੈ ਸਾਡੇ ਇੰਡੀਆ ਦੇ ਵਿੱਚ ਉਹ ਵੱਧ ਚੁੱਕੀ ਹੈ ਜੀ, ਅਬਾਊਟ 72 ਹੋ ਗਈ ਹੈ, ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਨਹੀਂ ਰੱਖਿਆ ਜੀ ਵੀ ਜਿਹੜੀ 50 ਤੇ 55 ਜਿਹੜੀ ਆ ਏਜ ਆ ਇਹ ਬਹੁਤ ਥੋੜ੍ਹੀ ਰੱਖੀ ਗਈ ਹੈ। ਹੁਣ ਕਿਸੇ ਨੂੰ ਜੇ ਪ੍ਰੋਬਲਮ ਆ ਗਈ ਕਿਸੇ ਫੈਮਿਲੀ ਦੇ ਵਿੱਚ ਅਤੇ ਉਹਨਾਂ ਵਾਸਤੇ ਫਿਰ ਜਿਹੜਾ ਲਾਅ ਆ ਉਹ ਜਿਹੜਾ ਉਹ ਤਾਂ ਉਹਨਾਂ ਨੂੰ ਰੋਕ ਕੇ ਰੱਖ ਲੈਂਦਾ ਜੀ। ਲਾਅ ਡਜ਼ਨਟ ਅਲਾਉ ਦੈਟ ਕਪਲ ਟੂ ਹੈਵ ਦਾ ਬੇਬੀ। ਬਿਲਕੁਲ। ਸੋ ਇਸ ਕਰਕੇ ਇਹ ਵੀ ਚੀਜ਼ ਹੈਗੀ ਆ। ਤੀਜੀ ਗੱਲ ਜਿਹੜੀ ਇਹਦੇ ਵਿੱਚ ਕਮੀ ਆ ਕਾਨੂੰਨ 'ਚ, ਉਹ ਇਹ ਹੈਗੀ ਵੀ ਮੰਨ ਲਓ ਕਪਲ ਜਿਹੜਾ ਕਮਿਸ਼ਨਿੰਗ ਕਪਲ ਆ ਉਹਦੇ ਵਿੱਚੋਂ ਲੇਡੀ ਜਾਂ ਬੰਦਾ ਉਹ ਜਿਹੜਾ ਇੱਕ ਕ੍ਰਾਸ ਕਰ ਚੁੱਕਾ ਏਜ ਲਿਮਟ ਤੇ ਇੱਕ ਨਹੀਂ ਕਰ ਚੁੱਕਾ, ਮੰਨ ਲਓ ਲੇਡੀ ਇੱਕ 45 ਸਾਲ ਦੀ ਹੈ, ਬੰਦਾ ਜਿਹੜਾ ਉਹ 56 ਸਾਲ ਦਾ ਜੀ, ਅਤੇ ਉਹਨਾਂ ਵਾਸਤੇ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਗਈ ਜੀ। ਅਤੇ ਉਹ ਡਿਸਪੈਰਿਟੀ ਜਿਹੜੀ ਹੈ ਨਾ ਉਹ ਚੀਜ਼ ਜਿਹੜੀ ਆ ਵੀ ਉਹ ਵਿੱਚ ਬਹੁਤ ਜ਼ਿਆਦਾ ਆ, ਕਿਉਂਕਿ ਇਹ ਵੀ ਨਹੀਂ ਵੇਖਿਆ ਗਿਆ ਵੀ ਹਸਬੈਂਡ ਵਾਈਫ ਦੀ ਜਿਹੜੀ ਆ ਕਿਸੇ ਵੇਲੇ ਹਸਬੈਂਡ ਦੀ ਜ਼ਿਆਦਾ ਹੋ ਸਕਦੀ, ਕਿਸੇ ਵੇਲੇ ਵਾਈਫ ਦੀ ਜ਼ਿਆਦਾ ਹੋ ਸਕਦੀ ਏਜ ਜੀ। ਉਹ ਜਿਹੜੇ ਆ ਦੋਨਾਂ ਵਾਸਤੇ ਜਿਹੜੀ ਉਹ ਪ੍ਰੋਬਲਮ ਕ੍ਰੀਏਟ ਹੋਈ ਹੈ। ਸੋ ਦੈਟਸ ਵਾਈ ਇਹ ਐਕਟ ਜਿਹੜਾ ਆ ਚੈਲੰਜ ਹੋ ਚੁੱਕਾ। ਇਹਦੀ ਰਿਲੀਫ ਜਿਹੜੀ ਆ ਉਹ ਹਾਈ ਕੋਰਟ ਵਿੱਚ ਹੈਗੀ ਆ, ਸੁਪਰੀਮ ਕੋਰਟ ਦੇ ਵਿੱਚ ਹੈਗੀ ਆ। ਸਰ ਇਸ ਮਾਮਲੇ ਦੇ ਵਿੱਚ ਹੁਣ ਤੁਹਾਨੂੰ ਕੀ ਲੱਗਦਾ ਕੀ ਹੋਵੇਗਾ ਕਿ ਜਿੱਥੇ ਡਿਲੀਵਰੀ ਹੋਈ ਹੈ ਉਸ ਹਸਪੀਟਲ ਦੇ ਉੱਤੇ ਵੀ ਕੋਈ ਐਕਸ਼ਨ ਹੋ ਸਕਦਾ? ਕਿਉਂਕਿ ਜੇਕਰ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੇ ਨੇ, ਪਹਿਲਾਂ ਹੀ ਉਹ ਇਨਸਾਫ ਲਈ ਦਰਬਦਰ ਧੱਕੇ ਖਾ ਰਹੇ ਨੇ, ਉੱਪਰੋਂ ਹੁਣ ਉਹਨਾਂ ਦੇ ਕੋਲੋਂ ਇਹ ਰਿਪੋਰਟ ਜਿਹੜੀ ਹੈ ਮੰਗੀ ਗਈ ਹੈ। ਕੀ ਲੱਗਦਾ ਤੁਹਾਨੂੰ ਇਸ ਮਾਮਲੇ 'ਚ ਕੀ ਹੋਏਗਾ ਕਿ ਉਹਨਾਂ 'ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ? ਐਕਚੁਅਲੀ ਜਿਹੜਾ ਇਹ ਐਕਟ ਹੈ ਨਾ ਇਹ ਤਾਂ ਗਵਰਨਮੈਂਟ ਨੇ ਬਣਾਇਆ ਟੂ ਰੈਗੂਲੇਟ ਐਂਡ ਟੂ ਸੁਪਰਵਾਈਜ਼ the clinics, hospitals and the banks. Banks ਇੱਥੇ ਜਿਹੜਾ ਉਹ ਕਮਰਸ ਦਾ ਮਤਲਬ ਨਹੀਂ ਗਾ। ਬੈਂਕਸ ਜਿੱਦਾਂ ਬਲੱਡ ਬੈਂਕਸ ਹੁੰਦੀਆਂ, ਇੱਥੇ ਸਪਮ ਬੈਂਕ ਹੁੰਦੀ ਹੈ ਜਾਂ ਐਗ ਬੈਂਕ ਹੁੰਦੀ ਹੈ। ਇਹ ਜਿਹੜੇ ਲੇਡੀ ਦੇ ਜਾਂ ਮੈਨ ਦੇ ਉਹ ਜਿਹੜੇ ਐਗ ਔਰ ਸਪਮ ਹੈ ਉਹਨਾਂ ਨੂੰ ਜਿੱਥੇ ਰੱਖਦੇ ਆ ਉਹਨੂੰ ਬੈਂਕਸ ਕਹਿੰਦੇ। ਇਹਨਾਂ ਨੂੰ ਸੁਪਰਵਾਈਜ਼ ਕਰਨ ਲਈ, ਰੈਗੂਲੇਟ ਕਰਨ ਵਾਸਤੇ ਇਹ ਗਵਰਨਮੈਂਟ ਨੇ ਬਣਾਈਆਂ ਹੋਈਆਂ ਜੀ। ਤਾਂ ਪਹਿਲੀ ਚੀਜ਼ ਤਾਂ ਉਹ ਹਸਪੀਟਲ ਨੂੰ ਜਾਂ ਕਲੀਨਿਕ ਨੂੰ ਜਾਂ ਬੈਂਕ ਨੂੰ
ਉਹਨਾਂ ਨੂੰ ਜਿਹੜਾ ਪੁੱਛ ਪੜਤਾਲ ਹੋਣੀ ਹੈ। ਜੀ if they have gone through the proper procedure, ਉਸ ਤੋਂ ਬਾਅਦ ਦੇਖਿਆ ਜਾਣਾ ਵੀ whether they have taken the consent of the couple also or not. So there are so many factors which are to be considered by the court and by the government also. So ਫਿਲਹਾਲ ਇੱਕ ਹਾਈਪ ਹੈ ਕੇਸ ਦੀ ਬਣੀ ਹੋਈ। ਸੋ ਅਦਰਵਾਈਜ਼ ਇੱਕ ਨਾਰਮਲ ਚੀਜ਼ਾਂ ਆ ਜਿਹੜੀਆਂ ਕਿ ਗਵਰਨਮੈਂਟ ਨੂੰ ਕਰਨੀਆਂ ਵੀ ਪੈਂਦੀਆਂ। ਗਵਰਨਮੈਂਟ ਇਜ਼ ਨਾਟ ਰੋਂਗ ਇਨ ਇਸ਼ੂਇੰਗ ਐਨੀ ਨੋਟਿਸ। ਐਂਡ ਦੂਸਰੀ ਗੱਲ ਜਿਹੜੀ ਇੱਕ ਬੜੀ ਇੰਪੋਰਟੈਂਟ ਹੈ, ਹੁਣ ਸਾਰੇ ਕਹਿ ਰਹੇ ਆ ਵੀ ਉਹਨਾਂ ਦੀ ਏਜ 58 ਹੈ ਔਰ 61 ਹੈ ਕਪਲ ਦੀ। ਨੋਬਡੀ ਨੋਜ਼ ਦਾ ਐਗਜ਼ੈਕਟ ਡੇਟ ਐਗਜ਼ੈਕਟ actually. This is going in the media that the age of Shrimati Charan Kaur is 58 and the age of her husband is 61. ਜੀ But there is no proof that they are of this age. Moreover, the age has to be described by the medical persons. There is a proper procedure. The age can be determined by the medical procedures. So there can be a board can be made to determine the age of the persons. ਕਿਤੇ ਇੱਕ ਲਿਖੀ ਜਿਹੜੀ ਏਜ ਹੈ ਉਹਦੇ ਬੇਸ ਦੇ ਉੱਤੇ ਕਿਸੇ ਬੰਦੇ ਨੂੰ ਟੰਗ ਨਹੀਂ ਸਕਦੇ ਜੀ। ਕਿਤੇ ਉਹ ਕੋਈ ਪਰਮਨੈਂਟ ਏਜ ਥੋੜੀ ਲਿਖੀ ਹੈ ਵੀ ਕਿਸੇ ਨੇ ਲਿਖਤੀ। ਹੁਣ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਵੀ ਦੇਰ ਏਜ ਇਜ਼ ਅਬਵ ਦਾ 50 or 55. They can be below that. Actually these factors are to be considered. ਮਤਲਬ ਲੱਗਦਾ ਵੀ ਕਾਰਵਾਈ ਨਹੀਂ ਵੀ ਹੋ ਸਕਦੀ ਉਹਨਾਂ ਨਹੀਂ ਹੋ ਸਕਦੀ, ਨਹੀਂ ਹੋ ਸਕਦੀ ਨਹੀਂ ਵੀ ਹੋ ਸਕਦੀ ਕਿਉਂਕਿ ਗਵਰਨਮੈਂਟ ਨੇ ਤਾਂ ਸਿਰਫ ਜਿਹੜਾ ਔਨ ਦਾ ਬੇਸਿਸ ਆਫ ਦਾ ਰਿਪੋਰਟ ਪਬਲਿਸ਼ਨ ਦਾ ਹਿੰਦੁਸਤਾਨ ਟਾਈਮਸ ਉਹ ਨਾਲ ਪੇਪਰ ਵੀ ਭੇਜਿਆ ਨਾ ਉਹਨਾਂ ਨੇ, ਉਹਦੇ ਬੇਸ ਤੇ ਆ। ਸੋ ਹਿੰਦੁਸਤਾਨ ਟਾਈਮਸ ਇਜ਼ ਆਲਸੋ ਦ ਪਾਰਟੀ ਫਰੋਮ ਵੇਅਰ ਦੇ ਹੈਵ ਟੇਕਨ ਦ ਏਜ। So in this case, the newspaper Hindustan Times can also invite the party from where the source of the age ਜੀ they have got. ਕਿੱਥੋਂ ਲਈ ਉਹਨਾਂ ਨੇ? ਪਰ ਸਰ ਸੂਤਰਾਂ ਤੋਂ ਇਹ ਵੀ ਗੱਲ ਸਾਹਮਣੇ ਆ ਰਹੀ, ਕਹਿੰਦੇ ਉਹਨਾਂ ਨੇ ਤਾਂ IVF ਕਰਵਾਇਆ ਵੀ ਵਿਦੇਸ਼ ਤੋਂ ਜਾ ਕੇ ਸੀਗਾ ਕਿਤੋਂ, ਤੇ ਜੇ ਇੱਥੇ ਉਹ ਚੀਜ਼ ਹੋਈ ਨਹੀਂ ਤਾਂ ਫਿਰ ਵੀ ਉਹਨਾਂ ਤੇ ਐਕਸ਼ਨ ਹੋਣਾ ਬਣਦਾ ਤਾਂ ਨਹੀਂ ਵੈਸੇ? ਤੁਹਾਡੀ ਗੱਲ ਜਿਹੜੀ ਹੈ ਬਿਲਕੁਲ ਠੀਕ ਹੈ, ਪਰ ਇਹਦੇ ਵਿੱਚ ਇਹ ਹੈ ਨਾ the delivery of the child has happened in India, ਜੀ in Punjab. So ਜਿੱਥੇ ਡਿਲੀਵਰੀ ਹੋਈ ਹੈ ਉਹ ਜਗ੍ਹਾ ਦੇ ਵਿੱਚ ਵੀ ਜਿਹੜੀ ਹੈ ਅਕਰੈਂਸ ਇੱਥੇ ਹੋ ਗਈ। ਜੀ ਭਾਵੇਂ ਉਹਨਾਂ ਨੇ ਇਨੀਸ਼ੀਏਟ ਜਿਹੜਾ ਸੀਗਾ ਉਹ ਬਾਹਰੋਂ ਕਰਵਾਇਆ। ਹੁਣ ਬਾਹਰ ਦਾ ਕੀ ਸਿਸਟਮ ਹੈ, ਕਿਉਂਕਿ ਜਿੱਥੋਂ ਇਹ ਕਰਵਾਇਆ ਮੈਨੂੰ ਜਿੱਥੇ ਤੱਕ ਜਿੰਨਾ ਕੁ ਪਤਾ ਇਹ ਇੰਗਲੈਂਡ ਗਏ ਸੀ, ਉੱਥੋਂ ਕਰਵਾ ਕੇ ਆਏ। ਹੁਣ ਜਿਹੜੇ ਇੰਗਲੈਂਡ, ਸਪੇਨ, ਪੋਰਚੁਗਲ, ਜਰਮਨੀ, ਉਹਨਾਂ ਦੇ ਲਾਅ ਦੇ ਵਿੱਚ ਕਿਤੇ ਵੀ ਏਜ ਲਿਮਿਟ ਨਹੀਂ ਗੀ। ਜੀ ਭਾਵੇਂ ਹੁਣ 90 ਸਾਲ ਦਾ ਵੀ ਕੋਈ ਇਨਸਾਨ ਹੈ, ਦੇ ਕੈਨ ਹੈਵ ਦ ਬੇਬੀ। there is no age limit in those countries. ਜੀ So this is a very technical case and it has to be fought technically in the court of law. ਜੀ ਤਾਂ ਇਹ ਵੀ ਪੁੱਛਣਾ ਚਾਹੁੰਦੀ ਸਰ, ਵੈਸੇ ਜਾਣਕਾਰੀ ਲਈ ਇਹ ਚੀਜ਼ ਦੱਸਿਓ ਕਿ ਇਸ ਕੇਸ ART ਦੇ ਤਹਿਤ ਜੇਕਰ ਕੋਈ ਉਲੰਘਣਾ ਕਰਦਾ ਹੈ ਜਾਂ ਕੋਈ ਐਸੇ ਕੇਸ ਦੇ ਵਿੱਚ ਕੋਰਟ ਨੋਟਿਸ ਇਸ਼ੂ ਕਰਦਾ ਹੈ ਤਾਂ ਕੀ ਉਹਨੂੰ ਉਦੋਂ ਕੋਈ ਫਾਈਨ ਵੀ ਹੁੰਦਾ ਜਾਂ ਇਸ ਚੀਜ਼ ਦੀ ਕੋਈ ਸਜ਼ਾ ਵੀ ਹੁੰਦੀ ਹੈ? ਜੇ ਤਾਂ if the person is found guilty ਜੀ ਫਿਰ ਫਾਈਨ 5 ਲੱਖ 10 ਲੱਖ ਤੱਕ ਹੋ ਸਕਦਾ। ਜੀ to the laboratories, to the hospitals, clinics, banks, ਇਹ ਸਾਰੀਆਂ, ਜੀ even to the party. ਔਰ ਇਹਦੇ 'ਚ ਸਜ਼ਾ ਦੀ ਪ੍ਰੋਵੀਜ਼ਨ ਵੀ ਹੈਗੀ ਹੈ 5 ਸਾਲ ਔਰ ਅਬਵ, ਉਹ ਵੀ ਹੋ ਸਕਦੀ ਹੈ। ਤੇ ਜਿਵੇਂ ਇਹਨਾਂ ਦੇ ਕੇਸ ਦੇ ਵਿੱਚ ਹੈਗਾ ਕਿ IVF ਬਾਹਰੋਂ ਹੋਇਆ ਤੇ ਡਿਲੀਵਰੀ ਇੱਥੇ ਹੋਈ ਤਾਂ ਕੋਈ ਰਿਆਇਤ ਜਾਂ ਕੋਈ ਚੀਜ਼ਾਂ ਇੱਦਾਂ ਦੀ ਮਿਲ ਸਕਦੀ ਹੈ ਜਾਂ ਹੋ ਸਕਦਾ ਵੀ ਕਾਰਵਾਈ ਹੋਵੇ ਹੀ ਨਾ ਇਹਦੇ ਤੇ? ਇਹ ਵੀ ਹੋ ਸਕਦਾ ਕਿਉਂਕਿ ਇੱਕ ਪੋਪੂਲਰ ਜਿਹੜਾ ਬੰਦਾ ਸੀਗਾ ਜਿਹਦਾ ਕਰਕੇ ਸਿੱਧੂ ਮੂਸੇਵਾਲਾ, ਜੀ ਜਿਹਦਾ ਕਰਕੇ ਵੀ ਇਹ ਜ਼ਿਆਦਾ ਹਾਈਪ ਕੇਸ ਲੈ ਜਾਂਦਾ ਜਦ ਵੀ ਕੋਈ ਇਹੋ ਜਿਹਾ ਇਸ਼ੂ ਆਉਂਦਾ, ਜੀ ਤਾਂ ਪਬਲਿਕ ਓਪੀਨੀਅਨ ਜਿਹੜੀ ਆ ਉਹ ਵੈਸੇ ਤਾਂ ਜ਼ਿਆਦਾ ਮੈਟਰ ਨਹੀਂ ਕਰਦੀ ਅੰਡਰ ਦ ਲਾਅ। ਜੀ law takes its own way, its own route. ਜੀ But taking into the consideration of the documentary evidence, ਜੀ
which the parents of Sidhu Moosewala have. So the case is very clear. It can be solved very clearly in the court of law. There is no problem for the parents of Sidhu Moosewala if they have that good track record ਜੀ about this case particularly. ਜੀ ਹਾਂਜੀ ਮਤਲਬ ਜੇਕਰ ਉਹ ਆਪਣੇ ਆਪ ਨੂੰ ਸਹੀ ਸਾਬਤ ਕਰ ਦਿੰਦੇ ਨੇ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਪ੍ਰੋਬਲਮ ਨੂੰ ਫੇਸ ਨਹੀਂ ਕਰਨਾ ਪਵੇਗਾ। ਸਰਟਨਲੀ ਜੇ ਉਹਨਾਂ ਦੇ ਕੋਲ ਆਪਣੀ ਪਹਿਲੀ ਗੱਲ ਤਾਂ ਏਜ ਦਾ ਫੈਕਟਰ ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਜਿਹਦੇ ਕਰਕੇ ਸਮਨ ਆਇਆ, ਏਜ ਦਾ ਜਿਹੜਾ ਉਹ ਆਪਣਾ ਕਲੀਅਰ ਕਰ ਦਿੰਦੇ ਆ। ਸੈਕੰਡਲੀ ਵੀ ਹਸਪੀਟਲ ਨੇ ਉਹਨਾਂ ਦੇ ਨਾਲ ਵੀ ਉਹਨਾਂ ਦੀ ਜਿਹੜੀ ਆ ਇੱਕ ਦੂਜੇ ਦੇ ਨਾਲ ਕੋਰਸਪੋਂਡੈਂਸ ਉਹ ਕੀ ਹੋਈ ਹੈ, ਜੀ ਕਿਵੇਂ ਸਾਰਾ ਕੁਝ ਹੋਇਆ। ਐਂਡ ਥਰਡਲੀ ਇੱਕ ਹੋਰ ਫੈਕਟਰ ਵੀ ਦੇਖਣਾ ਪੈਣਾ ਜੀ ਵੀ ਜਿਹੜੇ ਇਹਦੇ ਕਮਿਸ਼ਨਿੰਗ ਕਪਲ ਹੈ, ਇੱਕ ਤੇ ਸਿਟੀਜ਼ਨਸ ਇੰਗਲੈਂਡ ਦੇ ਤਾਂ ਨਹੀਂ ਗਏ। ਜੀ ਜੇ ਇਹ ਸਿਟੀਜ਼ਨ ਇੰਗਲੈਂਡ ਦੇ ਨਿਕਲ ਆਏ ਤੇ ਇੰਡੀਅਨ ਗਵਰਨਮੈਂਟ ਕੈਨੋਟ ਟੇਕ ਐਨੀ ਐਕਸ਼ਨ, ਜੀ ਕਿਉਂਕਿ ਇੱਕ ਪ੍ਰੀਮੀਅਰ ਫੈਮਿਲੀ ਹੈ। ਹੋ ਸਕਦਾ ਇਹਨਾਂ ਨੇ ਬੜੇ ਲੋਕਾਂ ਨੇ ਲਈਆਂ ਹੁੰਦੀਆਂ ਸਿਟੀਜ਼ਨਸ਼ਿਪਸ, ਜੀ ਜੇ ਇਹਨਾਂ ਨੇ ਸਿਟੀਜ਼ਨਸ਼ਿਪ ਇੰਗਲੈਂਡ ਦੀ ਲਈ ਹੋਈ ਤਾਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਜੇ ਮਤਲਬ ਕਿਸੇ ਵੀ ਹੋਰ ਕੰਟਰੀ ਦੇ ਸਿਟੀਜ਼ਨਸ਼ਿਪ ਜੇ ਨਾ ਕੋ ਹੋਈ ਤਾਂ ਵੀ ਐਕਸ਼ਨ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਔਰ ਪਰਟੀਕੁਲਰਲੀ ਜੇ ਇੰਗਲੈਂਡ ਦੇ ਵਿੱਚ ਇਹਨਾਂ ਨੇ ਇਸ ਜਿਹੜਾ ਸਾਰਾ ਕਨਸੀਵ ਕੀਤਾ ਤਾਂ ਫਿਰ ਤਾਂ ਬਿਲਕੁਲ ਨਹੀਂ ਹੋ ਸਕਦੀ, ਕਿਉਂਕਿ ਉੱਥੇ ਦਾ ਲਾਅ ਤਾਂ ਹੈ ਹੀ ਨਹੀਂਗਾ। ਜੀ ਅਪਰ ਏਜ ਲਿਮਿਟ ਹੈ ਹੀ ਨਹੀਂ ਉਸ ਕੰਟਰੀ ਦੇ ਵਿੱਚ, ਨਾ ਜਰਮਨੀ 'ਚ, ਨਾ ਸਪੇਨ 'ਚ, ਨਾ ਪੋਰਚੁਗਲ। ਮੋਸਟ ਆਫ ਦਾ ਯੂਰਪੀਅਨ ਕੰਟਰੀਜ਼ ਦੇ ਹੈਵ ਨਾਟ ਦਾ ਅਪਰ ਏਜ ਲਿਮਿਟ। ਜੀ ਸੋ ਜੇ ਇਹਨਾਂ ਦੇ ਕੋਲ ਕਿਉਂਕਿ ਜਿਸ ਤਰ੍ਹਾਂ ਮੈਂ ਕੱਲ੍ਹ ਇੰਟਰਵਿਊ ਇੱਕ ਬਲਕੌਰ ਸਿੰਘ ਦੀ ਸੁਣੀ ਸੀ, ਜੀ ਉਹ ਕਹਿ ਰਹੇ ਸੀ ਵੀ ਮੈਂ ਬਹੁਤ ਕਲੀਅਰ ਹੈ, ਹੋ ਸਕਦਾ ਇਹਨਾਂ ਕੋਈ ਸਿਟੀਜ਼ਨਸ਼ਿਪ ਵੀ ਉੱਥੇ ਹੋਵੇ, ਜੀ ਜੇ ਉੱਥੇ ਦੀ ਹੋਈ ਤਾਂ ਮਾਮਲਾ ਹੀ ਖਤਮ ਹੋ ਜਾਂਦਾ। ਬਿਲਕੁਲ ਜੇ ਨਾ ਵੀ ਹੋਵੇ ਤਾਂ ਫਿਰ ਦਿਸ ਇਜ਼ ਨਾਟ ਅ ਬਿਗ ਇਸ਼ੂ। ਔਰ ਬੱਚੇ ਵਾਸਤੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਗੀ ਜੀ ਅੰਡਰ ਦਾ ਲਾਅ। ਉਹਨੂੰ ਤਾਂ ਗਵਰਨਮੈਂਟ ਨਾ ਕੋਈ ਹੋਰ ਕੋਈ ਟੱਚ ਨਹੀਂ ਕਰ ਸਕਦਾ। ਜੀ ਦਾ ਚਾਈਲਡ ਹੈਜ਼ ਐਵਰੀ ਰਾਈਟ ਟੂ ਐਗਜ਼ਿਸਟ, ਜੀ ਔਰ ਆਪਣਾ ਸਾਰੀ ਜ਼ਿੰਦਗੀ ਉਹ ਬਤਾਉਣ ਵਾਸਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਜੀ ਪ੍ਰੋਬਲਮ ਜਿਹੜੀ ਆ ਉਹ ਪੇਰੈਂਟਸ ਵਾਸਤੇ ਹੁੰਦੀ ਹੈ, ਕਿਉਂਕਿ ਇਫ ਐਨੀਬਡੀ ਹੈਜ਼ ਫਲਾਊਟਡ ਦਾ ਲਾਅ ਜੀ then there can be some sort of HR problems a little bit. Otherwise, this is not a big case. It has been made big by certain factors ਜੀ because of the singer's ਜੀ life. ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਇਹ ਸਨ ਐਡਵੋਕੇਟ ਕੇ ਸੁੰਦਲ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਲਈ ਜੋ ਨੋਟਿਸ ਜਾਰੀ ਕੀਤਾ ਗਿਆ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ, ਹੁਣ ਉਸ ਦੇ ਉੱਪਰ ਕਿਹੋ ਜਿਹੀ ਕਾਰਗੁਜ਼ਾਰੀ ਹੁੰਦੀ ਹੈ, ਕੀ ਕਾਰਵਾਈ ਹੁੰਦੀ ਹੈ, ਆਉਣ ਵਾਲਾ ਸਮਾਂ ਦੱਸੇਗਾ। ਕਿਉਂਕਿ ART ਦੇ ਤਹਿਤ ਜੋ ਨੋਰਮਸ ਨੇ ART ਦੀਆਂ ਔਰ ਜਿਸ ਤਰੀਕੇ ਦੇ ਨਾਲ ART ਐਕਟ ਕੰਮ ਕਰਦਾ ਹੈ ਉਸ ਦੇ ਬਾਰੇ ਪੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਦਿਖਾਈ ਹੈ। ਹੁਣੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ। ਕੈਮਰਾ ਪਰਸਨ ਰਮਨ ਨਾਲ ਮਨਪ੍ਰੀਤ ਕੌਰ, ਲਾਈਵ ਪੰਜਾਬੀ TV ਜਲੰਧਰ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ।